परम सत्कारयोग सतगुरां दी साजी निवाजी गुरु रूप प्यारी गुरु सवारी साध संगत जी, आप जी सारी संगत गुरु दरबार दे विच आपो अपनियां हाजरियां लगवाउण वास्ते नेता प्रति अमृत वेले उद्यम उपराला करके गुरु दरबार दे विच पहुँचते हाँ। गुरु साहिब जी महाराज किरपा करते हैं, गुरबाणी पढ़न दा सतगुरां दे हुक्म नूं सुनन दा सुभाग समा मिलता है। हर एक मनुख दी दुनिया ते आए हुए मनुख दी कोई ना कोई इच्छा है। कुछ इच्छावां मनुख नूं पिछां वल लै जांदियां ने ते कुछ इच्छावां मनुख दियां इहनूं सिखर तक लै जांदियां हन। कई मनुख अपनियां इच्छा दे मुताबिक मनुखा श्रेणी तो भी थले चले जाते हैं। कई मनुखों की जिहड़ी जिंदगी है वो बड़ियां बुलंदियां नूं छूंहदी है। बुलंदियां नूं छूहना धार्मिक दुनिया दे विच समाधि लीन होके परमात्मा का सिमरन करना, बंदगी करनी, सेवा करनी, होर कर्म करने, ये धार्मिक दुनिया दे विच बुलंदियां छूहनियां। समाधि लीन होके बैठे रहना धार्मिक दुनिया दे विच समाधि दे अर्थ ने समाधान। यह संस्कृत का जिहड़ा है वो शब्द है। कि शरीर दे सारे मसलियां दा हल होना, समाधान समाधि। कि जिन्ने भी शरीर दे मसले ने वो सारे दे सारे हल हुण हो चुके ने। जो कुछ शरीर नूं खाण वास्ते चाहिए, पहनण वास्ते, देखण वास्ते, ये सारे दे सारे मसले जिहड़े दे ने वो सारे दे सारे हल हो जाण। शरीर दियां सारियां मुश्किलां हल हो जाण, इस नूं समाधि कहंदे ने। समाधि परमहंस भी लाउंदा है ते समाधि बगला भी लाउंदा है। पानी सरोवर दा भी है ते पानी छप्पड़ दा भी है। मनुख वो भी है जिहड़ा बिल्कुल सरोवर दे जल की तरह निर्लेप है, ते मनुख वो भी है जिहड़ा बिल्कुल छप्पड़ दे पानी की तरह है। सरोवर दे पानी दे विच मान सरोवर उसते सरोवर ते जाके हंस बहिंदे हन। उन्हां दे विचों सुच्चे मोतियां की प्राप्ति हुंदी है। छप्पड़ां दे विचों बगले मच्छियां ते डड्डियां कढ़ कढ़ खांदे ने। पानी छप्पड़ दा भी है,
ਪਾਣੀ ਸਰੋਵਰ ਦਾ ਵੀ ਹੈ। ਇੱਕ ਪਾਣੀ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ। ਇੱਕ ਪਾਣੀ ਕੇਵਲ ਤੇ ਕੇਵਲ ਪਸ਼ੂਆਂ ਵਾਸਤੇ ਹੈ। ਮਨੁੱਖਤਾ ਦੀ ਬਹੁਤੀ ਜ਼ਿੰਦਗੀ ਵੱਡੀ ਤਾਦਾਦ ਦੇ ਵਿੱਚ ਹੈ ਜਿਹੜੀ ਉਹ ਛੱਪੜਾਂ ਦੀ ਪਾਣੀ ਦੀ ਤਰ੍ਹਾਂ ਹੁੰਦੀ ਹੈ। ਗੰਧਲੀ ਹੋਈ ਜ਼ਿੰਦਗੀ, ਉਹਦੇ ਵਿੱਚ ਡੱਡੀਆਂ ਨੇ, ਹੋਰ ਅਨੇਕਾਂ ਤਰ੍ਹਾਂ ਦੇ ਜੀਵ ਨੇ, ਪਰ ਉਹਨੂੰ ਮਨੁੱਖ ਕੋਈ ਬਹੁਤਾ ਪ੍ਰਵਾਨ ਕਰਨ ਵਾਸਤੇ ਤਿਆਰ ਨਹੀਂ ਹੈ। ਬਗਲਿਆਂ ਵਾਸਤੇ ਉਹ ਲਾਭਦਾਇਕ ਹੁੰਦਾ ਹੈ। ਮਨੁੱਖਤਾ ਦੀ ਜਿਹੜੀ ਜ਼ਿੰਦਗੀ ਹੈ ਇਹ ਛੱਪੜ ਦੇ ਪਾਣੀ ਦੀ ਤਰ੍ਹਾਂ ਗੰਧਲੀ ਹੈ ਤੇ ਇਹਦੇ ਵਿੱਚ ਗੰਧਲੀ ਜ਼ਿੰਦਗੀ ਦੇ ਵਿੱਚ ਵਿਸ਼ੇ ਵਿਕਾਰ ਹੀ ਪੈਦਾ ਹੋਣਗੇ। ਜਿਸ ਤਰ੍ਹਾਂ ਗੰਧਲੇ ਹੋਏ ਪਾਣੀ ਦੇ ਵਿੱਚ ਕਿਰਮ ਪੈ ਜਾਂਦੇ ਨੇ, ਉੱਤੇ ਕਿਸੇ ਪਸ਼ੂ ਦੇ ਵਰਤਣ ਦੇ ਲਾਇਕ ਵੀ ਨਹੀਂ ਰਹਿੰਦਾ, ਕਿਉਂਕਿ ਬਹੁਤਾ ਛੱਪੜਾਂ ਦਾ ਪਾਣੀ ਹੈ ਜਿਹੜਾ ਪਸ਼ੂਆਂ ਦੇ ਨਹਾਉਣ ਤੇ ਪਸ਼ੂਆਂ ਦੇ ਪੀਣ ਦੇ ਵਰਤਣ ਯੋਗ ਨਹੀਂ ਰਹਿੰਦਾ, ਇੱਕੋ ਜਗ੍ਹਾ ਤੇ ਖੜਾ ਹੈ। ਉਹਦੇ ਵਿੱਚ ਤੇ ਬੜਾ ਕੁਛ ਪੈਦਾ ਹੋ ਗਿਆ। ਇੱਕ ਮਾਨ ਸਰੋਵਰ ਹੈ, ਉਹਦਾ ਵੀ ਜਲ ਹੈ। ਉਸ ਜਲ ਦੇ ਵਿੱਚ ਸੁੱਚੇ ਮੋਤੀ ਪੈਦਾ ਹੁੰਦੇ ਨੇ ਤੇ ਸੁੱਚੇ ਮੋਤੀਆਂ ਤੋਂ ਲੱਖਾਂ ਬਲੌਰ ਪੈਦਾ ਹੁੰਦੇ ਨੇ। ਮਾਨ ਸਰੋਵਰ ਦੇ ਜਲ ਦੇ ਵਿੱਚੋਂ ਹੀ ਸੁੱਚੇ ਮੋਤੀ ਪੈਦਾ ਹੁੰਦੇ ਨੇ। ਔਰ ਇਹ ਮਾਨ ਸਰੋਵਰ ਦੇ ਜਲ ਵਰਗੀ ਆਪਣੀ ਜ਼ਿੰਦਗੀ ਬਣਾ ਕੇ ਰੱਖਣੀ ਹੈ ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਹੱਲ ਹੈ ਸਮਾਧੀ। ਸਰੀਰ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ, ਉਹਨੂੰ ਕਹਿੰਦੇ ਨੇ ਸਮਾਧੀ। ਬਗਲ ਸਮਾਧੀ ਇੱਕ ਸਮਾਧੀ ਹੈ ਜਿਹੜੀ ਪਰਮਾਤਮਾ ਨੂੰ ਮਿਲਾ ਦਿੰਦੀ ਹੈ। ਇੱਕ ਸਮਾਧੀ ਹੈ ਜਿਹੜੀ ਮਨੁੱਖ ਨੂੰ ਮਨੁੱਖਤਾ ਤੋਂ ਵੀ ਥੱਲੇ ਲੈ ਕੇ ਚਲੀ ਜਾਂਦੀ ਹੈ। ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਗਿਆ, ਅੱਜ ਸਮਾਧੀ ਲਾਈ ਹੈ। ਅੱਖਾਂ ਮੀਟੀਆਂ ਹੋਈਆਂ ਨੇ, ਸਿਮਰਨ ਬੰਦਗੀ ਅੰਦਰ ਚੱਲ ਰਿਹਾ ਹੈ। ਸਮਾਧੀ ਹੰਸ ਵਰਗੀ ਹੈ। ਅੱਖਾਂ ਮੀਟੀਆਂ ਨੇ, ਸਰੀਰ ਦੀਆਂ ਮੁਸ਼ਕਲਾਂ ਦਾ ਹੱਲ ਨਹੀਂ ਹੋਇਆ। ਸਰੀਰ ਦੇ ਦਿਮਾਗ ਦੇ ਅੰਦਰ ਬਹੁਤ ਕੁਛ ਚੱਲ ਰਿਹਾ ਹੈ ਤਾਂ ਇਹਨੂੰ ਬੋਲਦੇ ਨੇ ਬਗਲ ਸਮਾਧੀ। ਗੁਰੂ ਨਾਨਕ ਨੇ ਕਾਜੀ ਨੂੰ ਕਹਿ ਦਿੱਤਾ ਸੀ, ਕਾਜੀ ਮੈਂ ਤੇਰੇ ਨਾਲ ਨਿਵਾਜ਼ਾਂ ਕਿਵੇਂ ਪੜ੍ਹਾਂ? ਤੇਰਾ ਸਰੀਰ ਇੱਥੇ ਸੀ ਪਰ ਦਿਲ ਤੇ ਤੇਰਾ ਦਿਮਾਗ ਇੱਥੇ ਨਹੀਂ ਸੀ। ਉਹ ਤਾਂ ਕਿਸ ਜਗ੍ਹਾ ਤੇ ਹੋਰ ਫਿਰਦਾ ਸੀ। ਇਸੇ ਵਾਸਤੇ ਤੇਰੇ ਨਾਲ ਨਿਵਾਜ਼ਾਂ ਮੈਂ ਕਿਵੇਂ ਪੜ੍ਹਾਂ? ਦਿਲ ਤੇ ਦਿਮਾਗ ਮਨੁੱਖ ਦੀ ਸੁਰਤ, ਮਨੁੱਖ ਦੀ ਸੋਚਣੀ ਕਿਸੇ ਪਾਸੇ ਹੋਰ ਫਿਰਦੀ ਹੋਵੇ, ਲਾਈ ਸਮਾਧੀ ਬੈਠਾ, ਇਹਨੂੰ ਬਗਲ ਸਮਾਧੀ ਬੋਲਦੇ ਨੇ। ਸਰੀਰ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋਣਾ, ਇਹਨੂੰ ਸਮਾਧੀ ਕਹਿੰਦੇ ਹਨ। ਸੰਸਕ੍ਰਿਤ ਦਾ ਇਹ ਸ਼ਬਦ ਹੈ। ਔਰ ਇਹ ਮਨੁੱਖ ਨੂੰ ਮਿਲਦਾ ਕਿੱਥੋਂ ਹੈ? ਧਰਮ ਦੇ ਵਿੱਚੋਂ
ਤੇ ਧਰਮ ਦੇ ਅਰਥ ਨੇ ਸੰਤੁਸ਼ਟੀ। ਧਰਮ ਦੇ ਅਰਥ ਨੇ ਸੰਤੋਖ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਜਪਜੀ ਸਾਹਿਬ ਦੇ ਅੰਦਰ ਇੱਕ ਬਚਨ ਕੀਤਾ ਹੈ, ਧੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਦਇਆ ਤੇ ਧਰਮ ਨੂੰ ਮਰਿਆਦਾ ਵਿੱਚ ਚਲਾਉਣ ਵਾਲਾ ਇੱਕ ਸੰਤੋਖ ਹੈ। ਧਰਮ ਕਿਸੇ ਲਿਬਾਸ ਦਾ ਨਾਮ ਨਹੀਂ ਹੈ। ਦਇਆ ਨੂੰ ਅਤੇ ਧਰਮ ਨੂੰ ਚਲਾਉਣ ਵਾਲਾ ਸੰਤੋਖ ਹੈ। ਤੇ ਇਹਦਾ ਮਤਲਬ ਤੇ ਹੋਇਆ ਕਿ ਜਿਹੜਾ ਸੰਤੋਖ ਹੈ ਇਹ ਮਨੁੱਖ ਦੇ ਕੋਲੇ ਹੋਵੇ। ਸੰਤੋਖੀ ਮਨੁੱਖ ਸਾਰੇ ਧਰਮਾਂ ਦਾ ਸਾਂਝਾ ਰਹਿਬਰ ਹੈ, ਜਿਹਦੇ ਕੋਲ ਸੰਤੋਖ ਹੈਗਾ। ਹੁਣ ਜਿਨ੍ਹਾਂ ਕੋਲ ਸੰਤੋਖ ਹੈ ਨਹੀਂ, ਉਹ ਤੇ ਫਿਰ ਜਿਹੜੇ ਮਰਜ਼ੀ ਧਰਮ ਦੇ ਵਿੱਚ ਜਾਵੇ, ਬਿਨਾਂ ਸੰਤੋਖ ਤੋਂ ਤੇ ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦੇ ਜਾਏ। ਲੋਭੀ ਜੰਤ ਨਾ ਭਾਵੀ, ਭਖ ਅਭਖ ਸਭ ਖਾਏ। ਇਹ ਤੇ ਗੁਰੂ ਸਾਹਿਬ ਜੀ ਮਹਾਰਾਜ ਦੇ ਬਚਨ ਨੇ। ਦਇਆ ਨੂੰ ਅਤੇ ਧਰਮ ਨੂੰ, ਇਹਨਾਂ ਦੇ ਅਰਥ ਨੇ ਮਰਿਆਦਾ। ਤੇ ਮਰਿਆਦਾ ਦੇ ਵਿੱਚ ਸੰਤੋਖ ਰੱਖਦਾ ਬੰਦੇ ਨੂੰ। ਬਿਨਾਂ ਸੰਤੋਖ ਤੋਂ ਮਰਿਆਦਾ ਨਹੀਂ ਰੱਖੀ ਜਾਂਦੀ। ਬਿਨਾਂ ਸੰਤੋਖ ਤੋਂ ਮਰਿਆਦਾ ਕਿਵੇਂ ਰੱਖ ਲਵਾਂਗੇ? ਕਿਉਂਕਿ ਜਦ ਵੀ ਅਸੀਂ ਧਰਮ ਵਾਲੇ ਪਾਸੇ ਜਾਂਦੇ ਹਾਂ ਆਪਣੇ ਘਰ ਤੋਂ, ਤੇ ਆਪਣੇ ਘਰ ਦੇ ਵਿੱਚ ਸਾਡੇ ਕੋਲ ਪਦਾਰਥ ਬਹੁਤ ਘੱਟ ਹੁੰਦੇ ਨੇ, ਤੇ ਧਰਮ ਦੇ ਵੱਲ ਜਦ ਅਸੀਂ ਜਾਂਦੇ ਹਾਂ ਤੇ ਪਦਾਰਥ ਅਨੇਕਾਂ ਤਰ੍ਹਾਂ ਦੇ ਹਨ ਤੇ ਬੜੇ ਪਦਾਰਥ ਨੇ। ਥੋੜ੍ਹੇ ਪਦਾਰਥ ਛੱਡ ਕੇ ਵੱਧ ਪਦਾਰਥਾਂ ਦੇ ਵਿੱਚ ਜਾਣਾ, ਇਸ ਮਨੁੱਖ ਨੂੰ ਸੰਤੋਖ ਹੀ ਰੋਕ ਸਕਦਾ, ਵਰਨਾ ਮਨੁੱਖ ਨੂੰ ਸੰਤੋਖ ਤੋਂ ਬਿਨਾਂ ਕੋਈ ਰੋਕ ਨਹੀਂ ਸਕਦਾ। ਧਰਮ ਨੂੰ, ਮਰਿਆਦਾ ਨੂੰ ਚਲਾਉਣ ਵਾਲਾ ਹੈ ਸੰਤੋਖ। ਸੰਤੋਖ ਤੋਂ ਬਿਨਾਂ ਮਨੁੱਖ ਚੱਲ ਨਹੀਂ ਸਕਦਾ। ਤੇ ਗੁਰੂ ਸਾਹਿਬ ਜੀ ਮਹਾਰਾਜ ਦੇ ਇਹ ਬਚਨ ਨੇ ਕਿ ਜੇ ਮਨੁੱਖ ਸੰਤੋਖੀ ਹੈ ਤਾਂ ਇਹਦਾ ਵਿਪਰੀਤ ਸ਼ਬਦ ਆਊਗਾ ਤ੍ਰਿਸ਼ਨਾ। ਜਿਸ ਤਰ੍ਹਾਂ ਹਨੇਰੇ ਦਾ ਵਿਪਰੀਤ ਸ਼ਬਦ ਹੈ ਚਾਨਣਾ, ਦਿਨ ਦਾ ਵਿਪਰੀਤ ਸ਼ਬਦ ਹੈ ਰਾਤ, ਚੰਗੇ ਦਾ ਵਿਪਰੀਤ ਸ਼ਬਦ ਹੈ ਮੰਦਾ। ਇਸੇ ਤਰ੍ਹਾਂ ਹੀ ਤ੍ਰਿਸ਼ਨਾ ਦਾ ਵਿਪਰੀਤ ਸ਼ਬਦ ਹੈ ਸੰਤੋਖ। ਤੇ ਮਹਾਰਾਜ ਕਹਿੰਦੇ ਇਸ ਤੋਂ ਪਹਿਲਾਂ ਕਿ ਤੈਨੂੰ ਤ੍ਰਿਸ਼ਨਾ ਦਿਨੋਂ ਦਿਨ ਖਤਮ ਕਰ ਦੇ, ਤੂੰ ਪਹਿਲਾਂ ਹੀ ਸੰਤੋਖੀ ਹੋ ਜਾ। ਧਰਮ ਨੂੰ ਅਤੇ ਮਰਿਆਦਾ ਨੂੰ ਚਲਾਉਣ ਵਾਲਾ ਹੈ, ਦਇਆ ਅਤੇ ਧਰਮ ਨੂੰ ਚਲਾਉਣ ਵਾਲਾ ਹੈ ਸੰਤੋਖ। ਤੇ ਮਰਿਆਦਾ ਗੁਰੂ ਸਾਹਿਬ ਜੀ ਮਹਾਰਾਜ ਦੀ ਕਿਰਪਾ, ਅਕਾਲ ਪੁਰਖ ਦੀ, ਇਹਨਾਂ ਨੂੰ ਇਹ ਮਰਿਆਦਾ ਦੇ ਵਿੱਚ ਚਲਾਉਂਦਾ ਹੈ। ਸੰਤੋਖੀ ਮਨੁੱਖ ਹੋਵੇ। ਭਾਈ ਪੱਲਾ ਛੇਵੇਂ ਪਾਤਸ਼ਾਹ ਮਹਾਰਾਜ ਦਾ ਸੇਵਕ ਹੋਇਆ। ਉਹਨਾਂ ਦੇ ਇੱਕ ਬੇਟਾ ਸੀ ਛੋਟਾ ਜਿਹਾ,
घर दे विच अत दी गरीबी, कदे भोजन ने बन जाना ते कदे भोजन घरे ना बनना। पर कोल की सी संतोख, संतोख इन्ना सी उन्हां नूं कि जे 2 डंग दा भोजन घरे ना बनदा ते गुड़ खा के उपर दी पानी पी के तिन्ने जी सौ जाते सन। भाई पल्ला, उहदी धर्म सपत्नी ते बेटा। पुराने जमानिਆਂ ਦੇ ਵਿੱਚ गुड़ सी ਜਿਹੜਾ ਇਹ ਘਰਾਂ ਦੇ ਵਿੱਚ ਆਮ ਹੁੰਦਾ ਸੀ ਤੇ ਲੋਕ ਖਾਂਦੇ ਸਨ। ਇਹ ਬੱਚੇ ਦੀ माँ कहन लगी ना, बच्चा कहंदे तू बंदगी करया कर, तो जाप करया कर अपने घर दे विच बैठ के, असीं तेरा कीता होया जाप सुनिया करांगे। छोटे जे निदान बच्चे नूं माँ ने प्रेरित किया ते माँ दी प्रेरणा लै के ये बच्चा सी जिहड़ा इहने सिमरन बंदगी घर विच शुरू करता। माँ नूं बाबे फरीद ने लाया सी। बाबे फरीद नूं सिमरन बंदगी दे विच उन्हां दी माँ ने लाया सी। माँ दी एक बहुत वड्डी जिम्मेवारी है। और इन्हें माँ ने उन्होंने प्रेरित करके अपने बच्चे नूं लाया। जदों सिमरन तो उठिया करे, ये बच्चा परमात्मा दे अगे अरदास करया करे। एक दिन इहदी माँ ने पूछा, कहन लगी बेटा जदों तू सिमरन ते बंदगी तो उठदा है उदों तू एक अरदास करदा हुन्ना। अरदास वो किहड़ी है जिहड़ी अरदास तू करदा है? की मंगदा हुन्ना तू परमात्मा तो? की मंगदा है? तो समाधि ला के उठदा है, मंगदा की है? परमात्मा तो अरदास करदा हुन्ना है, जरा मैनू भी दस दे। माँ कहन लगी कि मंगिया की है तू परमात्मा तो? माँ अते माँ दे विच अंतर है। एक माँ जिहड़ी सारा सियाल बच्चों का ध्यान नहीं रखती कि स्कूल जाते ने, कुछ पढ़ता भी है कि नहीं पढ़ता। जदों आ जान पक्के पेपर फिर माँ कहती है पुत ये 10 रुपये ले जा, पेन ले आई ते पहला तू ना वो पेन गुरुद्वारे लेके जाई, फिर तू पेपर करन जाई। क्यों? जे हुण कोई बच्चा पेन ले आया ते पेन नूं हुण की महाराज ने मुंदर के देना कि पेपर आप ही पेन कर दूगा? पेपर तो बच्चे ने करना, उहदे दिमाग ने करना है। पेन ने तो उदों चलना जदों चलाएगा, उदों चलूगा जदों दिमाग चलाएगा उसनूं। 1 साल बिल्कुल भी नहीं पता लेता कि पढ़दा भी है जां की करदा है। साल बाद कहंदे ने कि हुण तेरे पक्के पेपर आ गए, हुण तू अरदास बेनती करके जाया कर। 1 साल कित्थे रहा, की पढ़िया, की कीता, कुछ भी नहीं पता।
ਇੱਕ ਮਾਂ ਇਹ ਸੀ, ਪੁੱਛਣ ਲੱਗੀ, ਕਹਿੰਦੀ ਬੇਟਾ ਜਦੋਂ ਤੂੰ ਅਰਦਾਸ ਕਰਦਾ ਸਮਾਧੀ 'ਚੋਂ ਉੱਠ ਕੇ, ਉਹ ਅਰਦਾਸ ਕਿਹੜੀ ਕਰਦਾ ਹੁੰਦਾ? ਉਹ ਬੱਚਾ ਕਹਿਣ ਲੱਗਿਆ, ਮਾਂ ਮੇਰੀਏ, ਮੈਂ ਪਰਮਾਤਮਾ ਦੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੁੰਨਾ ਕਿ ਐ ਮੇਰੇ ਪਰਮਾਤਮਾ, ਤੁਸੀਂ ਕਿਰਪਾ ਕਰ ਦਿਓ ਕਿ ਮੇਰੀ ਮਾਂ ਲੰਮੇ ਸਮੇਂ ਤੋਂ ਲੈ ਕੇ ਤੁਹਾਡੇ ਦਰਸ਼ਨਾਂ ਨੂੰ ਉਡੀਕਦੀ ਹੈ, ਕਿਰਪਾ ਕਰਕੇ ਤੁਸੀਂ ਮੇਰੀ ਮਾਂ ਨੂੰ ਦਰਸ਼ਨ ਦੇ ਦਿਓ। ਇਹ ਅਰਦਾਸ ਸੀ ਉਸ ਬੱਚੇ ਦੀ, ਤੁਸੀਂ ਮੇਰੀ ਮਾਂ ਨੂੰ ਦਰਸ਼ਨ ਦੇ ਦਿਓ। ਮਾਂ ਇਹ ਅਰਦਾਸ ਬੱਚੇ ਦੀ ਸੁਣ ਕੇ ਤੇ ਹੈਰਾਨ ਰਹਿ ਗਈ। ਮੈਂ ਤੇ ਕਿਹਾ ਸੀ ਕਿ ਤੂੰ ਆਪਣੇ ਖਾਤਰ ਕੁਛ ਮੰਗਦਾ ਹੋਵੇਂਗਾ, ਆਪਣੇ ਖਾਤਰ ਕੁਛ ਮੰਗਦਾ ਹੋਵੇਂਗਾ, ਤੂੰ ਮੇਰੀ ਖਾਤਰ ਹੀ ਪਰਮਾਤਮਾ ਦੇ ਦਰਸ਼ਨ ਮੰਗੀ ਜਾਂਦਾ। ਕਹਿੰਦੇ ਹਾਂ ਮਾਂ, ਮੈਂ ਤੇ ਸਮਾਧੀ ਤੋਂ ਬਾਅਦ ਇਹੀ ਅਰਦਾਸ ਕਰਦਾ ਕਿ ਮਹਾਰਾਜ ਤੁਸੀਂ ਆ ਕੇ ਦਰਸ਼ਨ ਦੇ ਦਿਓ। ਇੱਕ ਦਿਨ ਇਸ ਨੂੰ ਖੇਲਦੇ ਬੱਚੇ ਨੂੰ ਪਤਾ ਲੱਗਿਆ ਕਿ ਛੇਵੇਂ ਪਾਤਸ਼ਾਹ ਮਹਾਰਾਜ ਨੇਰੇ ਨਗਰ ਦੇ ਵਿੱਚ ਆਏ ਨੇ। ਇਹਨਾਂ ਦਾ ਨਗਰ ਸੀ ਬਟਾਲਾ, ਬਟਾਲੇ ਦੇ ਕੋਲੇ। ਇਹ ਬੱਚਾ ਘਰ ਦੇ ਵਿੱਚੋਂ ਗਿਆ ਤੇ ਜਾਂਦਾ, ਇਹ ਘਰੋਂ ਲੈ ਗਿਆ ਪੱਲੇ ਨਾਲ ਬੰਨ੍ਹ ਲੀਆਂ ਗੁੜ ਦੀਆਂ ਡਲੀਆਂ। ਘਰੇ ਕੁਛ ਹੋਰ ਤੇ ਹੈ ਨਹੀਂ ਸੀ, ਜਿਹੜਾ ਕੁਛ ਸੀ ਉਹ ਮਹਾਰਾਜ ਵਾਸਤੇ ਲੈ ਲਿਆ ਕਿ ਚਲੋ ਜਾਂਦੇ ਹਾਂ ਸਫ਼ਰ ਦੇ ਵਿੱਚ, ਗੁੜ ਨਾਲ ਲੈ ਚੱਲੀਏ। ਲੈ ਕੇ ਚਲਿਆ ਗਿਆ ਤੇ ਛੇਵੇਂ ਪਾਤਸ਼ਾਹ ਮਹਾਰਾਜ ਦੇ ਦਰਸ਼ਨਾਂ ਵਾਸਤੇ ਸੰਗਤ ਲੰਬੀਆਂ ਲਾਈਨਾਂ ਲਾਈ ਖੜੀ, ਤੇ ਇਹ ਛੋਟਾ ਜਿਹਾ ਨਿਦਾਨ ਬੱਚਾ ਵੀ ਜਾ ਕੇ ਲਾਈਨ ਦੇ ਵਿੱਚ ਲੱਗ ਗਿਆ। ਇਹ ਦੇਖਦਾ ਮਨ ਹੀ ਮਨ ਵਿੱਚ ਖਿਆਲ ਕਰੀ ਜਾਂਦਾ ਹੈ ਕਿ ਪਰਮਾਤਮਾ ਨੂੰ, ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕੋਈ ਤਾਂ ਧਨ ਟੇਕ ਰਿਹਾ, ਕੋਈ ਮੋਹਰਾਂ ਰੱਖੀ ਜਾ ਰਿਹਾ, ਕੋਈ ਅਨਾਜ ਰੱਖੀ ਜਾ ਰਿਹਾ, ਅਨੇਕਾਂ ਤਰ੍ਹਾਂ ਦੇ ਮਹਾਰਾਜ ਦੇ ਅੱਗੇ ਪਦਾਰਥ ਰੱਖੀ ਜਾ ਰਹੇ ਨੇ। ਪਰ ਜਦੋਂ ਮੈਂ ਜਾ ਕੇ ਗੁੜ ਦੀਆਂ ਡਲੀਆਂ ਮਹਾਰਾਜ ਦੇ ਸਾਹਮਣੇ ਰੱਖੀਆਂ ਤੇ ਇਹ ਤਾਂ ਗੁਰੂ ਸਾਹਿਬ ਜੀ ਮਹਾਰਾਜ ਦਾ ਕਿਤੇ ਅਪਮਾਨ ਨਾ ਹੋ ਜੇ। ਪਰ ਮੈਂ ਕਰਾਂ ਕੀ, ਮੇਰੇ ਤੇ ਘਰ ਦੇ ਵਿੱਚ ਸੀ ਇਕੱਲਾ ਗੁੜ, ਹੋਰ ਤੇ ਕੁਛ ਹੈ ਹੀ ਨਹੀਂ ਸੀ ਮੇਰੇ ਕੋਲੇ। ਜੋ ਕੁਛ ਸਾਡੇ ਘਰ ਦੇ ਵਿੱਚ ਸੀ ਉਹ ਮੈਂ ਲਿਆ ਕੇ ਰੱਖ ਦਿੱਤਾ ਹੈ, ਉਹ ਤੇ ਮੈਂ ਲਿਆਂਦਾ, ਹੋਰ ਤੇ ਕੁਛ ਹੈ ਹੀ ਨਹੀਂ ਸੀ। ਮੈਂ ਕਿਹੜਾ ਕੋਈ ਗੁਰੂ ਸਾਹਿਬ ਜੀ ਮਹਾਰਾਜ ਤੋਂ ਕੁਛ ਲੁਕੋ ਕੇ ਰੱਖਿਆ। ਕੱਲਾ ਗੁੜ ਸੀਗਾ ਤੇ ਉਹ ਮੈਂ ਲੈ ਕੇ ਆ ਗਿਆ। ਅਜੋਕੇ ਸਮੇਂ ਦਾ ਮਨੁੱਖ ਹੈ, ਬੜਾ ਕੁਛ ਲੁਕੋ ਕੇ ਰੱਖਦਾ ਹੈ, ਬੜਾ ਕੁਛ। ਧਨ ਵੀ ਲੁਕੋ ਲੈਂਦਾ ਹੈ। ਇਹ ਗੱਲ ਤਾਂ ਇਹ ਬੜਾ ਉੱਚੀ ਉੱਚੀ ਹੋ ਕੇ ਮਾਰ ਮਾਰ ਕੇ ਸੁਣਾਉਂਦਾ ਕਿ ਮੈਂ ਕਿੰਨਾ ਧਨ ਦਿੱਤਾ, ਪਰ ਇਹ ਗੱਲ ਕੋਈ ਨਹੀਂ ਦੱਸਦਾ ਕਿ ਛੁਪਾ ਕੇ ਕਿੰਨਾ ਕੁ ਰੱਖਿਆ ਹੋਇਆ। ਤੇ ਜੋ ਛੁਪਾਇਆ ਜਾਂਦਾ ਹੈ ਨਾ, ਉਹ ਕੋਈ ਬਹੁਤਾ ਚੰਗਾ ਨਹੀਂ ਹੁੰਦਾ। ਮਾਫ਼ ਕਰਨਾ, ਕਿਹੜੀਆਂ ਚੀਜ਼ਾਂ ਛੁਪਾਈਆਂ ਜਾਂਦੀਆਂ ਨੇ, ਕਿਹਨਾਂ ਦੇ ਉੱਤੇ ਪਰਦਾ ਦੇ ਕੇ ਰੱਖੀਆਂ ਜਾਂਦੀਆਂ ਨੇ, ਆਪੇ ਹੀ ਸਮਝ ਲਿਓ। ਗੰਦਗੀ ਨੂੰ ਢੱਕਣ ਦੀ ਲੋੜ ਪੈਂਦੀ ਹੈ, ਫੁੱਲਾਂ ਨੂੰ ਕਦੇ ਢੱਕਣ ਦੀ ਲੋੜ ਪਈ ਹੈ? ਜੋ ਛੁਪਾ ਕੇ ਰੱਖਿਆ ਜਾਂਦਾ ਹੈ ਉਹ ਚੰਗਾ ਨਹੀਂ ਹੁੰਦਾ। ਕਿਉਂ ਚੰਗਾ ਨਹੀਂ ਹੁੰਦਾ? ਕਿਉਂਕਿ ਉਹੀ ਧਨ ਹੁੰਦਾ ਹੈ, ਬੱਚੇ ਚੁੱਕ ਚੁੱਕ ਕੇ ਉਸੇ ਧਨ ਨੂੰ ਉਡਾ ਦਿੰਦੇ ਨੇ, ਉਡਾ ਦਿੰਦੇ ਨੇ। ਉਹ ਧਨ ਛੁਪਾ ਕੇ ਰੱਖਿਆ ਜਾਂਦਾ ਹੈ, ਕਿਸ ਵਾਸਤੇ? ਫਿਰ ਛੁਪਾ ਕੇ ਸਾਂਭ ਕੇ ਵੀ ਰੱਖਣਾ ਹੁੰਦਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਘਰਾਂ ਦੇ ਵਿੱਚ ਪ੍ਰੋਗਰਾਮ ਆ ਜਾਂਦਾ, ਵਿਆਹ ਸ਼ਾਦੀਆਂ ਦੇ ਵਿੱਚ, ਉਦੋਂ ਫਿਰ ਪੈਲਸਾਂ ਦੇ ਵਿੱਚ ਵੀ ਤਾਂ ਸੁੱਟਣੇ ਹੁੰਦੇ ਨੇ ਨਾ, ਇਸੇ ਕਰਕੇ ਛੁਪਾ ਕੇ ਰੱਖੇ ਜਾਂਦੇ ਨੇ, ਛੁਪਾਏ ਜਾਂਦੇ ਨੇ ਗੁਰੂ ਸਾਹਿਬ ਜੀ ਮਹਾਰਾਜ ਦੇ ਘਰ ਤੋਂ।
ਉੱਥੇ ਉਡਾਏ ਜਾਂਦੇ ਨੇ, ਇੱਥੇ ਛਪਾਏ ਜਾਂਦੇ ਨੇ। ਤੇ ਜੋ ਧਨ ਛਪਾਇਆ ਗਿਆ ਮਹਾਰਾਜ ਦੇ ਘਰ ਤੋਂ, ਉਹ ਕੋਈ ਬਹੁਤੀ ਚੰਗਾਈ ਨਹੀਂ ਦੇਵੇਗਾ ਤੁਹਾਨੂੰ। ਅਨਾਜ ਪਦਾਰਥ ਛਪਾ ਕੇ ਰੱਖ ਲਏ ਜਾਂਦੇ ਨੇ ਘਰ ਦੇ ਵਿੱਚ, ਭਾਵੇਂ ਕਿੰਨਾ ਮਰਜ਼ੀ ਅਨਾਜ ਹੋਵੇ। ਫਿਰ ਬੰਦਾ 6 ਮਹੀਨਿਆਂ ਤੋਂ, ਸਾਲ ਤੋਂ ਅਨਾਜ ਦੇਣ ਲੱਗਿਆ ਵਾਰੀ ਵਾਰੀ ਸੰਕੋਚ ਕਰਦਾ। ਅਨਾਜ ਛਪਾਇਆ ਜਾਂਦਾ ਹੈ। ਪਦਾਰਥ ਜਿਹੜੇ ਨੇ ਉਹ ਛਪਾਏ ਜਾਂਦੇ ਨੇ। ਜੇ ਤੋਂ ਮੰਗ ਕੇ ਲੈਤੇ ਹੁੰਦੇ ਨੇ ਨਾ, ਅਨਾਜ ਦੇਵੀਂ, ਦੁੱਧ ਦੇਵੀਂ, ਪੁੱਤ ਦੇਵੀਂ, ਜੇ ਤੋਂ ਇਹ ਪਦਾਰਥ ਮੰਗ ਕੇ ਲਏ ਜਾਂਦੇ ਨੇ, ਉਸੇ ਪਰਮਾਤਮਾ ਤੋਂ ਬੰਦਾ ਛਪਾ ਕੇ ਰੱਖਦਾ ਹੈ, ਉਸੇ ਪਰਮਾਤਮਾ ਤੋਂ ਛਪਾਉਂਦਾ ਹੈ। ਬੜਾ ਦੁੱਧ ਛਪਾ ਕੇ ਰੱਖਦਾ ਹੈ, ਧਨ ਛਪਾ ਕੇ ਰੱਖਦਾ ਹੈ, ਅਨਾਜ ਛਪਾ ਕੇ ਰੱਖਦਾ ਹੈ। ਇਹ ਸਾਰੀਆਂ ਚੀਜ਼ਾਂ ਛਪਾ ਕੇ ਲੁਕੋ ਕੇ ਰੱਖੀਆਂ ਜਾਂਦੀਆਂ ਨੇ। ਮਹਾਰਾਜ ਕਹਿੰਦੇ ਨਹੀਂ, ਦਿੱਤਾ ਕਿਸ ਨੇ ਹੈ ਤੈਨੂੰ? ਪਰਮਾਤਮਾ ਨੇ ਦਿੱਤਾ। ਤੇ ਪਰਮਾਤਮਾ ਦੇ ਅੱਗਿਓਂ ਰੱਖ। ਕਿਉਂ ਨਹੀਂ ਰੱਖਦਾ? ਕਿਉਂਕਿ ਬੰਦਾ ਜਿਹੜਾ ਹੈ ਇਹ ਪਰਮਾਤਮਾ ਨੂੰ ਵਸਤੂ ਨਹੀਂ ਦੇ ਰਿਹਾ, ਇਹ ਬੰਦਾ ਬੰਦੇ ਨੂੰ ਦੇ ਰਿਹਾ ਹੈ। ਜਦੋਂ ਅਨਾਜ ਦੇਣਾ ਬੰਦੇ ਨੂੰ ਨਹੀਂ ਦੇਣਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅੱਗੇ ਅਰਪਣ ਕਰੋ। ਧਨ ਦੇਣਾ ਬੰਦੇ ਨੂੰ ਨਹੀਂ ਦੇਣਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗਿਓਂ ਰੱਖੋ। ਦੁੱਧ ਦੇਣਾ ਕਿਸੇ ਬੰਦੇ ਨੂੰ ਨਹੀਂ ਦੇਣਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਸਰੂਪ ਨੂੰ ਦੁੱਧ ਦੇਣਾ, ਹੋਰ ਕਿਸੇ ਨੂੰ ਨਹੀਂ ਦੇਣਾ। ਜਦੋਂ ਬੰਦਾ ਬੰਦੇ ਨੂੰ ਚੀਜ਼ ਦਿੰਦਾ, ਇੱਥੇ ਆ ਕੇ ਫਰਕ ਪੈ ਜਾਂਦਾ ਹੈ। ਬਸ ਬੰਦਾ ਇਹ ਸਮਝੇ ਕਿ ਮੈਂ ਕਿਸੇ ਬੰਦੇ ਨੂੰ ਨਹੀਂ ਦੇ ਰਿਹਾ, ਮੈਂ ਤੇ ਸਾਖਸ਼ਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਇਹ ਵਸਤੂ ਅਰਪਣ ਕਰ ਰਿਹਾ। ਇਹ ਮਨੁੱਖ ਛਪਾ ਕੇ ਰੱਖ ਲੈਂਦਾ ਹੈ। ਧਨ ਬੜਾ ਛਪਾਇਆ, ਕਿੱਧਰ ਚਲਿਆ ਗਿਆ? ਉਹੀ ਧਨ ਹੈ ਜਿਹਦੇ ਨਾਲ ਔਲਾਦ ਵਿਗੜ ਗਈ। ਅਨਾਜ ਛਪਾ ਕੇ ਰੱਖ ਲਿਆ, ਉਹੀ ਅਨਾਜ ਹੈ ਜਿਹੜੇ ਅਨਾਜ ਦੇ ਕਾਰਨ ਕਰਕੇ ਤੇਰੇ ਘਰ ਦੇ ਵਿੱਚ ਇੰਨੇ ਦੁੱਖ ਨੇ, ਤੇ ਹੁਣ ਵਰਤਾਈ ਜਾ। ਫਿਰ ਕਹਿੰਦਾ ਦੁੱਖ ਕਿਉਂ ਆਉਂਦੇ ਨੇ? ਹੁਣ ਵਰਤਾ। ਹੁਣ ਧਨ ਅਨਾਜ ਜਿਹੜਾ ਸਾਂਭ ਕੇ ਰੱਖਿਆ ਸੀ, ਜਿਹੜਾ ਪਰਮਾਤਮਾ ਤੋਂ ਮੰਗਿਆ ਸੀ, ਇੰਨਾ ਦੁੱਧ, ਪੁੱਤਾਂ ਦੀਆਂ ਦਾਤਾਂ, ਇਹ ਸਾਰੀ ਦੀਆਂ ਸਾਰੀਆਂ ਛਪਾ ਲਈਆਂ। ਦੁੱਧ ਛਪਾ ਲਿਆ ਤੇ ਹੁਣ ਰੱਖ ਲੈ। ਫਿਰ ਪੁੱਤ ਛਪਾ ਲਏ। ਕਦੇ ਮਾਂ ਪ੍ਰੇਰਿਤ ਕਰਦੀ ਹੈ ਆਪਣੇ ਬੱਚੇ ਨੂੰ ਕਿ ਤੂੰ ਗੁਰਦੁਆਰੇ ਜਾਇਆ ਕਰ? ਨਹੀਂ, ਮਾਂ ਤੇ ਸਮਾਂ ਦੀ ਸਿੱਖਿਆ ਦਿੰਦੀ ਹੈ। ਅੱਜ ਦੀ ਮਾਂ ਕਹਿੰਦੀ ਪੁੱਤ ਜੇ ਤਾਂ ਤੂੰ ਗਿਆ ਗੁਰਦੁਆਰੇ, ਫੇਰ ਤਾਂ ਤੈਨੂੰ ਨਹਾਉਂਦੇ ਧੋਂਦੇ ਨੂੰ ਕਿਤੇ ਠੰਡ ਨਾ ਲੱਗ ਜੇ। ਅੱਜ ਦੀ ਮਾਂ। ਹਾਂ, ਜੇ ਤੂੰ ਪੈਲਸ ਦੇ ਵਿੱਚ ਵਿਆਹ ਜਾਣਾ ਹੋਵੇ ਨਾ, ਤੇ ਤੜਕੇ 3 ਵਜੇ ਉੱਠ ਕੇ ਨਹਾ ਧੋ ਕੇ ਤਿਆਰ ਹੋ ਜੀ, ਕਿਤੇ ਬਰਾਤ ਜਾਣ ਤੋਂ ਲੇਟ ਨਾ ਹੋ ਜੀ। ਅੱਜ ਦੀ ਮਾਂ ਦੀ ਗੱਲ ਹੈ। ਤੇ ਕਿੱਥੇ ਸੀ ਉਹ ਬੱਚੇ ਦੀ ਮਾਂ? ਭਾਈ ਪੱਲੇ ਦੀ ਧਰਮ ਸਪਤਨੀ। ਬੱਚਾ ਕਹਿਣ ਲੱਗਿਆ ਮੈਂ ਗੁਰੂ ਸਾਹਿਬ ਦੇ ਅੱਗੇ ਗੁੜ ਦੀਆਂ ਡਲੀਆਂ ਰੱਖਾਂਗਾ, ਮਨ ਹੀ ਮਨ ਵਿੱਚ। ਤੇ ਫਿਰ ਛੇਵੇਂ ਪਾਤਸ਼ਾਹ ਮਹਾਰਾਜ ਵੀ ਕਿਹੜਾ ਅਣਜਾਣ ਸੀ, ਬੁੱਝ ਲਿਆ ਮਹਾਰਾਜ ਨੇ। ਸਾਰੀ ਸੰਗਤ ਨੂੰ ਦਰਸ਼ਨ ਦਿੰਦੇ ਦਿੰਦੇ ਮਹਾਰਾਜ ਆਪਣੀ ਸਟੇਜ ਤੋਂ ਉੱਠ ਕੇ ਇਸ ਬੱਚੇ ਦੇ ਕੋਲੇ ਆ ਕੇ ਖੜ ਗਏ। ਖੁਦ ਆ ਕੇ ਕਹਿਣ ਲੱਗੇ ਬੱਚਾ, ਕਹਿੰਦੇ ਕੀ ਭੇਟਾ ਲੈ ਕੇ ਆਏ ਹੈ? ਫਿਰ ਹੁਣ ਪੱਲੇ ਦੀ ਗੰਢ ਕਿਵੇਂ ਖੋਲੇ? ਗੁੜ ਦੀਆਂ ਡਲੀਆਂ ਸੀ ਨਾ ਉਹਦੇ ਵਿੱਚ ਬੰਨੀਆਂ। ਛੇਵੇਂ ਪਾਤਸ਼ਾਹ ਮਹਾਰਾਜ ਨੇ ਉਹਦੇ ਹੱਥ ਦੇ ਵਿੱਚੋਂ ਰੁਮਾਲ ਪਕੜ ਲਿਆ ਜਿਹਦੇ ਵਿੱਚ ਗੁੜ ਦੀਆਂ ਡਲੀਆਂ ਬੰਨੀਆਂ ਸੀ। ਕਹਿੰਦੇ ਲਿਆ। ਮਹਾਰਾਜ ਨੇ ਉਹ ਭੇਟਾ ਉਸਦੇ ਪ੍ਰਵਾਨ ਕਰ ਲਈ। ਕਹਿੰਦੇ ਤੇਰੀ ਕੋਈ ਮੰਗ ਹੈ? ਛੇਵੇਂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗਿਆ ਮਹਾਰਾਜ ਮੇਰੀ ਇੱਕੋ ਹੀ ਮੰਗ ਹੈ ਕਿ ਮੇਰੀ ਮਾਂ ਤੁਹਾਨੂੰ ਬਹੁਤ ਲੰਮੇ ਸਮੇਂ ਤੋਂ ਲੈ ਕੇ ਯਾਦ ਕਰਦੀ ਹੈ, ਤੁਸੀਂ ਮੇਰੀ ਮਾਂ ਨੂੰ ਦਰਸ਼ਨ ਦੇ ਦਿਓ। ਚੱਲ ਕਹਿੰਦੇ ਫਿਰ ਚਲੇ ਗਏ। ਛੇਵੇਂ ਪਾਤਸ਼ਾਹ ਮਹਾਰਾਜ ਨੇ ਉਸ ਬੱਚੇ ਨੂੰ ਨਾਲ ਲੈ ਲਿਆ, ਆਪਣੇ ਨਾਲ ਲੈ ਕੇ ਛੇਵੇਂ ਪਾਤਸ਼ਾਹ ਮਹਾਰਾਜ ਚਲੇ ਗਏ ਭਾਈ ਪੱਲੇ ਦੇ ਘਰ।
जदों घर चले गए, ਜਿਹੜਾ ਚੱਕਰ ਵਿਚਾਰੇ ਇਸ ਬੱਚੇ ਨੂੰ ਸੀ ਗੁੜ ਦੀਆਂ ਡਲੀਆਂ ਦਾ, ਉਹੀ ਚੱਕਰ ਮਾਂ ਤੇ ਬਾਪ ਨੂੰ ਪੈ ਗਿਆ। ਇਹ ਮਹਾਰਾਜ ਤੇ ਆ ਗਏ ਘਰੇ, ਪਰ ਹੁਣ ਸ਼ਿਕਾਈਏ ਤੇ ਮਹਾਰਾਜ ਨੂੰ ਕੀ ਸ਼ਿਕਾਈਏ? ਘਰ ਦੇ ਵਿੱਚ ਤੇ ਕੁਛ ਹੈ ਹੀ ਨਹੀਂ। ਬੜੇ ਅਦਬ ਸਤਿਕਾਰ ਨਾਲ, ਪਿਆਰ ਸਤਿਕਾਰ ਨਾਲ ਛੇਵੇਂ ਪਾਤਸ਼ਾਹ ਮਹਾਰਾਜ ਆਏ ਉਹਨਾਂ ਦੇ ਘਰੇ। ਬੜਾ ਸਤਿਕਾਰ ਕਰਦੇ ਸੀ ਮਹਾਰਾਜ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੱਜ ਇੱਕ ਬਚਨ ਕਰਦੇ ਨੇ, ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਇੰਨਾ ਸਤਿਕਾਰ ਕਿਸੇ ਤੋਂ ਮਿਲ ਜੂਗਾ? ਨਹੀਂ ਮਿਲਣਾ। ਮਹਾਰਾਜ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਕਹਿੰਦੇ ਅਸੀਂ ਉਸ ਗੁਰਸਿੱਖ ਦੀ ਧੂੜੀ ਲੋਚਦੇ ਹਾਂ ਜਿਹੜਾ ਆਪ ਨਾਮ ਜਪਦਾ ਤੇ ਹੋਰਨਾਂ ਨੂੰ ਨਾਮ ਜਪਾਉਂਦਾ। ਉਹਦੀ ਧੂੜੀ ਲੋਚਦੇ ਆ ਮਹਾਰਾਜ ਕਹਿੰਦੇ ਅਸੀਂ। ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਜੋ ਆਪ ਨਾਮ ਜਪਦੇ ਨੇ ਤੇ ਹੋਰਨਾਂ ਨੂੰ ਨਾਮ ਜਪਾਉਂਦੇ ਨੇ। ਮਹਾਰਾਜ ਘਰੇ ਆ ਕੇ ਬੈਠ ਗਏ। ਛੇਵੇਂ ਪਾਤਸ਼ਾਹ ਮਹਾਰਾਜ ਨੂੰ ਪੱਲੇ ਦੇ ਘਰ ਵਾਲੀ ਕਹਿਣ ਲੱਗੀ, ਮਹਾਰਾਜ ਬੜੇ ਆਪ ਜੀ ਨੇ ਦਰਸ਼ਨ ਦੀਦਾਰੇ ਬਖਸ਼ੇ ਨੇ, ਪਰ ਮਹਾਰਾਜ ਅਸੀਂ ਦੁਚਿੱਤੀ ਦੇ ਵਿੱਚ ਹਾਂ। ਮਹਾਰਾਜ ਕਹਿਣ ਲੱਗੇ ਕੀ? ਕਹਿੰਦੇ ਮਹਾਰਾਜ ਸਾਡੇ ਘਰ ਦੇ ਵਿੱਚ ਤੇ ਕੁਛ ਹੈ ਨਹੀਂ ਤੇ ਤੁਹਾਨੂੰ ਅਸੀਂ ਸ਼ਿਕਾਈਏ ਕੀ? ਉੱਥੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਬਚਨ ਕੀਤੇ ਸੀ। ਕਹਿਣ ਲੱਗੇ ਉਹੀ ਛਕਾਓ ਜੋ ਤੁਸੀਂ ਸਾਨੂੰ ਨਿਤ ਛਕਾਉਂਦੇ ਹੋ। ਪੁਆਇੰਟ ਨੋਟ ਕਰਿਓ ਜਰਾ। ਉਹੇ ਕੁਝ ਛਕਾਓ ਜੋ ਤੁਸੀਂ ਸਾਨੂੰ ਨਿਤ ਛਕਾਉਂਦੇ ਹੋ। ਹੱਥ ਬੰਨ੍ਹ ਕੇ ਭਾਈ ਪੱਲਾ ਕਹਿਣ ਲੱਗਿਆ, ਮਹਾਰਾਜ ਸਾਡੇ ਘਰ ਦੇ ਵਿੱਚ ਤਾਂ ਅੱਜ ਤੁਸੀਂ ਪਹਿਲੀ ਵਾਰ ਆਏ ਹੋ ਤੇ ਅਸੀਂ ਤੁਹਾਨੂੰ ਕੀ ਛਕਾਤਾ? ਅਸੀਂ ਤੁਹਾਨੂੰ ਕੀ ਛਕਾ ਦਿੱਤਾ? ਅਸੀਂ ਅੱਜ ਤੇ ਮਹਾਰਾਜ ਤੁਸੀਂ ਸਾਡੇ ਘਰੇ ਪਹਿਲੀ ਵਾਰ ਅਸੀਂ ਤੁਹਾਡੇ ਦਰਸ਼ਨ ਦੀਦਾਰੇ ਕੀਤੇ ਨੇ। ਲੰਮਾ ਸਮਾਂ ਹੋ ਗਿਆ ਸੀ ਤੁਹਾਡੇ ਦਰਸ਼ਨ ਤਾਂਘ ਰੱਖੀ ਹੋਈ ਸੀ, ਅੱਜ ਪਹਿਲੀ ਵਾਰ ਤਾਂ ਤੁਸੀਂ ਸਾਡੇ ਘਰ ਆਏ ਹੋ, ਅਸੀਂ ਤੁਹਾਨੂੰ ਕੀ ਛਕਾ ਦਈਏ? ਮਹਾਰਾਜ ਕਹਿਣ ਲੱਗੇ ਨਹੀਂ, ਉਹੀ ਛਕਾਓ ਜੋ ਤੁਸੀਂ ਨਿਤ ਛਕਾਉਂਦੇ ਹੋ। ਕਹਿਣ ਲੱਗੇ ਮਹਾਰਾਜ ਕਿਰਪਾ ਕਰਕੇ ਫਿਰ ਦੱਸ ਦਿਓ ਕਿ ਅਸੀਂ ਤੁਹਾਨੂੰ ਨਿਤ ਕੀ ਛਕਾਉਂਦੇ ਹਾਂ। ਗੋਬਿੰਦ ਭਾਉ ਭਗਤ ਦਾ ਭੁੱਖਾ। ਛੇਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਭਾਈ ਪੱਲੇ ਨੂੰ, ਕਹਿੰਦੇ ਸਾਰਾ ਪਰਿਵਾਰ ਜਦੋਂ ਤੁਸੀਂ ਤਿੰਨੇ ਬੈਠ ਕੇ ਨਾਮ ਜਪਦੇ ਹੋ ਨਾ, ਇੰਨੇ ਪਿਆਰ ਤੇ ਸਤਿਕਾਰ ਦੇ ਨਾਲ ਤੁਸੀਂ ਨਾਮ ਜਪਦੇ ਹੋ। ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਅਸੀਂ ਨਿਤ ਤੁਹਾਡੇ ਵਿੱਚ ਬੈਠੇ ਹੁੰਦੇ। ਜਿਹੜਾ ਨਿਤ ਇੰਨੇ ਪਿਆਰ ਦੇ ਨਾਲ ਤੁਸੀਂ ਨਾਮ ਜਪਦੇ ਹੋ ਨਾ, ਛੇਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹੁਣ ਚੌਂਕੜਾ ਲਾ ਲਓ, ਹੁਣ ਵੀ ਨਾਮ ਜਪੋ। ਬਾਕੀ ਛਕਣ ਛਕਾਉਣ ਵਾਲੀਆਂ ਚੀਜ਼ਾਂ ਮਿਲਦੀਆਂ ਰਹਿਣਗੀਆਂ, ਪਰ ਜਿਹੜਾ ਤੁਹਾਡਾ ਪਿਆਰ ਹੈ ਸਾਨੂੰ ਇਹ ਕਿਸੇ ਹੋਰ ਜਗ੍ਹਾ ਤੋਂ ਨਹੀਂ ਮਿਲਣਾ। ਛੇਵੇਂ ਪਾਤਸ਼ਾਹ ਮਹਾਰਾਜ ਦੇ ਬੋਲ। ਤੁਸੀਂ ਨਿਤ ਨਾਮ ਜਪਦੇ ਸੀ, ਤੁਹਾਡੇ ਵਿੱਚ ਆ ਕੇ ਅਸੀਂ ਬਹਿੰਦੇ ਸੀ, ਤੁਹਾਡੇ ਪਿਆਰ ਦੇ ਭੁੱਖੇ ਅੱਜ ਤੁਹਾਡੇ ਘਰੇ ਚੱਲ ਕੇ ਆ ਗਏ। ਇਹ ਹੈ ਪਿਆਰ, ਸੰਤੋਖ, ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਘਰ ਦਾ ਅਥਾਹ ਪਿਆਰ। ਚੌਂਕੜੇ ਲਾ ਲਏ, ਫਿਰ ਉਸ ਬੱਚੇ ਨੇ ਨਾਮ ਜਪਿਆ ਜਿਵੇਂ ਮਾਂ ਨੇ ਸਿਖਾਇਆ ਸੀ, ਉਵੇਂ ਜਪਣਾ ਸੀ ਨਾ। ਬੱਚਾ ਫਿਰ ਨਾਮ ਜਪਦਾ ਇੱਕ ਵਾਰੀ ਤੇ ਮਗਰ ਬੋਲਦੇ ਨੇ ਭਾਈ ਪੱਲਾ ਤੇ ਉਹਦੀ ਧਰਮ ਸਪਤਨੀ ਤੇ ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ। ਜਪਿਆ ਨਾਮ, ਨਾਮ ਜਪ ਕੇ ਛੇਵੇਂ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਭਾਈ ਪੱਲਿਆ ਜਿਹੜਾ ਅੱਜ ਤੇਰੇ ਘਰ ਦੇ ਵਿੱਚੋਂ ਅਸੀਂ ਇਹ ਛਕ ਕੇ ਗਏ ਐ, ਇਹੋ ਜਿਹਾ ਪਦਾਰਥ ਕਹਿੰਦੇ ਅੱਜ ਤੱਕ ਨਹੀਂ ਛਕਿਆ ਸੀ। ਜਿਹੜਾ ਤੇਰੇ ਘਰ ਦੇ ਵਿੱਚ ਰਸ ਆਇਆ ਨਾ,
ਇਹ ਅੱਜ ਤੱਕ ਕਿਸੇ ਘਰ ਦੇ ਵਿੱਚ ਰਸ ਨਹੀਂ ਆਇਆ ਸੀ। ਸੱਚ ਜਾਣੀ ਅੱਜ ਤੇਰੇ ਘਰੇ ਭਾਵੇਂ ਗੁੜ ਦੀਆਂ ਡਲੀਆਂ ਹੀ ਖਾਣ ਵਾਸਤੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਤੇਰੇ ਇਸੇ ਘਰ ਦੇ ਵਿੱਚ ਸਿਉਣੇ ਦੇ ਛਤਰ ਝੂਲਿਆ ਕਰਨਗੇ। ਬੋਲੋ ਸਤਨਾਮ। ਮਹਾਰਾਜ ਦੇ ਬਚਨ, ਛੇਵੇਂ ਪਾਤਸ਼ਾਹ ਮਹਾਰਾਜ ਦੇ। ਬਟਾਲੇ ਨਗਰ ਦੇ ਵਿੱਚ, ਬਟਾਲੇ ਦੇ ਕੋਲ ਜਾ ਕੇ ਦੇਖ ਲਓ, ਛਤਰ ਝੂਲਦੇ ਨੇ ਅੱਜ ਮਹਾਰਾਜ ਦੇ ਬਚਨ ਸਦਕਾ। ਆਉਣ ਵਾਲੇ ਸਮੇਂ ਦੇ ਵਿੱਚ ਇੰਨਾ ਪਿਆਰ, ਤਾਂ ਇਹਦਾ ਮਤਲਬ ਇਹ ਹੈ ਕਿ ਜਿਹੜਾ ਧਰਮ ਨੂੰ ਅਤੇ ਮਰਿਆਦਾ ਨੂੰ ਚਲਾਉਂਦਾ ਉਹ ਹੈ ਸੰਤੋਖ। ਤੌਲ ਧਰਮ ਦਇਆ ਕਾ ਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਗੁਰੂ ਨਾਨਕ ਦੇ ਬਚਨ ਨੇ। ਤੇ ਸੰਤੋਖ ਤੋਂ ਬਿਨਾ ਇਹ ਕੁਛ ਵੀ ਮਨੁੱਖ ਨੂੰ ਸਮਾਜ ਦੇ ਵਿੱਚੋਂ ਮਿਲਣਾ ਨਹੀਂ ਹੈ। ਦਇਆ ਤੇ ਧਰਮ ਨੂੰ ਮਰਿਆਦਾ ਵਿੱਚ ਚਲਾਉਣ ਵਾਲਾ ਹੈ ਸੰਤੋਖ। ਤਾਂ ਗੁਰੂ ਸਾਹਿਬ ਜੀ, ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਬਚਨ ਕੀਤੇ ਸੀ। ਮਾਂ ਨੇ ਪ੍ਰੇਰਿਤ ਕੀਤਾ, ਬੱਚੇ ਨੇ ਨਾਮ ਜਪਿਆ, ਦੋਨੇ ਜੀ ਬੈਠ ਕੇ ਨਾਮ ਜਪਦੇ ਰਹੇ। ਬੱਚਾ ਬੋਲਿਆ ਕਰੇ, ਦੋਨੇ ਜੀ ਮਗਰ ਬੋਲਿਆ ਕਰਨ। ਛੇਵੇਂ ਪਾਤਸ਼ਾਹ ਮਹਾਰਾਜ ਨਿਤ ਉਹਨਾਂ ਦੇ ਘਰ ਜਾ ਕੇ ਨਾਮ ਸੁਣਿਆ ਕਰਨ। ਇਹ ਚੌਂਕੜੇ ਲੱਗਦੇ ਸੀ ਪੁਰਾਣੇ ਸਮਿਆਂ ਦੇ ਵਿੱਚ ਘਰਾਂ ਦੇ ਵਿੱਚ, ਪਰ ਉਹਨਾਂ ਸਮਿਆਂ ਦੇ ਵਿੱਚ ਹੁੰਦੀਆਂ ਤਾਂ ਕੱਲੀਆਂ ਗੁੜ ਦੀਆਂ ਡਲੀਆਂ ਹੀ ਸੀ ਘਰੇ, ਪਰ ਨਾਮ ਹੁੰਦਾ ਸੀ। ਨਾਮ ਕਰਕੇ ਸਾਰੀ ਦੀਆਂ ਸਾਰੀਆਂ ਬਰਕਤਾਂ ਘਰ ਦੇ ਵਿੱਚ ਪਈਆਂ ਹੁੰਦੀਆਂ ਸੀ। ਹੁਣ ਧਨ ਵੀ ਹੈਗਾ, ਅਨਾਜ ਵੀ ਹੈ, ਪਦਾਰਥ ਵੀ ਨੇ, ਕੁਟੰਬ ਵੀ ਹੈ, ਚੰਗੇ ਮਹਿਲ ਵੀ ਨੇ, ਸਾਰਾ ਕੁਛ ਹੈਗਾ। ਜਿਹੜਾ ਚੌਂਕੜੇ ਲਾ ਕੇ ਨਾਮ ਜਪਣਾ ਸੀ ਉਹ ਨਾਮ ਹੈ ਨਹੀਂ, ਗਾਇਬ ਹੋ ਗਿਆ ਘਰ ਦੇ ਵਿੱਚੋਂ, ਤੇ ਬਰਕਤਾਂ ਚਲੀਆਂ ਗਈਆਂ ਬਰਕਤਾਂ। ਉਹਨਾਂ ਸਮਿਆਂ ਦੇ ਵਿੱਚ ਨਾਮ ਹੁੰਦਾ ਸੀ, ਪਰਿਵਾਰ ਦਾ ਮੇਲ ਜੋਲ ਇਤਫਾਕ ਹੁੰਦਾ ਸੀ, ਆਪਸੀ ਪਿਆਰ ਹੁੰਦਾ ਸੀਗਾ। ਹੁਣ ਉਹ ਸਭ ਚਲਿਆ ਗਿਆ। ਨਾਮ ਨਹੀਂ ਜਪਦੇ, ਚੌਂਕੜਾ ਲਾਉਣ ਵਾਸਤੇ ਨਹੀਂ, ਨਾਮ ਜਪਣ ਦੀ ਗੱਲ ਨਾ ਕਰੋ। ਹਾਂ, ਬਾਕੀ ਗੱਲਾਂ ਜਿਹੜੀਆਂ ਕਰਨੀਆਂ ਨੇ ਉਹ ਕਰ ਸਕਦੇ ਹੋ, ਕਿਉਂਕਿ ਨਾਮ ਜਪਣਾ ਤੇ ਮਨੁੱਖ ਨੂੰ ਬੜਾ ਔਖਾ ਲੱਗਦਾ ਹੈ, ਬਾਕੀ ਕੰਮ ਤੇ ਬੜੇ ਸੌਖੇ ਲੱਗਦੇ ਨੇ। ਇਹ ਜਿਹੜਾ ਗੁਰੂ ਦਾ ਇਤਿਹਾਸ ਹੈ, ਅਸੀਂ ਇਸ ਵਾਸਤੇ ਪੜ੍ਹਦੇ ਸੁਣਦੇ ਹਾਂ ਤਾਂ ਕਿ ਇਹਨਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਆਪਣੇ ਜਨਮ ਦੇ ਕੁਝ ਅਹਿਮ ਪਲ ਘੜੀਆਂ ਸਫਲੀਆਂ ਕਰ ਸਕੀਏ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਸਮਾਪਤੀ ਦਾ ਸਮਾਂ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।